हाँ जी स्टूडेंट्स, लास्ट लैक्चर ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਸੈੱਲ ਦੇ ਬਾਰੇ। ਠੀਕ ਹੈ ਜੀ, ਸੈੱਲ ਕੀ ਹੁੰਦਾ, ਫਿਰ ਆਪਾਂ ਗੱਲ ਕੀਤੀ ਸੈੱਲ ਦੀ ਸ਼ੇਪ ਦੇ ਬਾਰੇ, ਸੈੱਲ ਦੇ ਸਟਰਕਚਰ ਦੇ ਬਾਰੇ, ਆਪਾਂ ਗੱਲ ਕੀਤੀ ਸੈੱਲ ਥਿਊਰੀਜ਼ ਦੇ ਬਾਰੇ। ਠੀਕ ਹੈ, ਰਿਵਾਈਜ਼ ਸੈੱਲ ਥਿਊਰੀ ਆਈ। ਫਿਰ ਲਾਸਟ ਆਪਾਂ ਟੌਪਿਕ ਇਹ ਡਿਸਕਸ ਕਰ ਰਹੇ ਸੀ ਉਹ ਸੀਗਾ ਸਟਰਕਚਰ ਆਫ ਸੈੱਲ, ਸੈੱਲ ਦੀ ਜਿਹੜੀ ਬਣਤਰ। ਤਾਂ ਆਪਾਂ ਕਿਹਾ ਸੀ ਚਾਰ ਚੀਜ਼ਾਂ ਆਪਣੇ ਕੋਲੇ ਹੁੰਦੀਆਂ ਸੈੱਲ ਦੇ ਵਿੱਚ: ਸੈੱਲ ਵਾਲ, ਸੈੱਲ ਮੈਂਬਰੇਨ, ਸਾਈਟੋਪਲਾਜ਼ਮ ਤੇ ਨਿਊਕਲੀਅਸ। ਸੈੱਲ ਵਾਲ ਨੂੰ ਪੰਜਾਬੀ ਦੇ ਵਿੱਚ ਸੈੱਲ ਕੰਧ ਵੀ ਕਹਿ ਦਿੰਦੇ ਆ। ਸਭ ਤੋਂ ਜਿਹੜੀ ਆ ਬਾਹਰਲੀ ਪਰਤ ਆ ਸੈੱਲ ਦੀ, ਇਹਨੂੰ ਸੈੱਲ ਵਾਲ ਕਹਿ ਦਿੰਦੇ ਆ। ਜਿਹੜੀ ਇਹ ਸੈਕਿੰਡ ਪਰਤ ਆ ਜੀ, ਦੂਸਰੀ ਪਰਤ ਆ, ਇਹਨੂੰ ਆਪਾਂ ਸੈੱਲ ਮੈਂਬਰੇਨ ਜਾਂ ਪਲਾਜ਼ਮਾ ਮੈਂਬਰੇਨ ਵੀ ਕਹਿ ਦਿੰਦੇ ਆ। ਇਹਨੂੰ ਆਪਾਂ ਇਸੇ ਨੂੰ ਜੀ ਸੈੱਲ ਮੈਂਬਰੇਨ ਔਰ ਪਲਾਜ਼ਮਾ ਮੈਂਬਰੇਨ, ਸੈੱਲ ਝਿੱਲੀ ਵੀ ਕਹਿ ਦਿੰਦੇ ਆ ਜੀ ਪੰਜਾਬੀ ਦੇ ਵਿੱਚ। ਤੀਜਾ ਆਪਣੇ ਕੋਲੇ ਪਾਰਟ ਆ ਗਿਆ ਜੀ ਸਾਈਟੋਪਲਾਜ਼ਮ, ਜਿਹਨੂੰ ਆਪਾਂ ਸੈੱਲ ਦ੍ਰਵ ਕਹਿ ਦਿੰਦੇ ਹਾਂ। ਠੀਕ ਹੈ, ਸਾਈਟੋਪਲਾਜ਼ਮ ਚ ਆਪਾਂ ਅੱਗੇ ਪੜਾਂਗੇ ਵੀ ਇਹਦੇ ਵਿੱਚ ਛੋਟੇ ਛੋਟੇ ਆਰਗਨਸ ਜਾਂ ਆਰਗੇਨੈਲਿਜ਼ ਜਾਂ ਪੰਜਾਬੀ ਚ ਇਹਨਾਂ ਨੂੰ ਕਹਿ ਦਿੰਦੇ ਆ, ਇਹਦੇ ਵਿੱਚ ਨਿੱਕੜੇ ਨਿੱਕੜੇ ਅੰਗ ਹੁੰਦੇ ਆ। ਠੀਕ ਹੈ, ਜਿਹੜੇ ਕਿ ਹਰੇਕ ਦੀ ਆਪਦਾ ਇੱਕ ਡਿਫਰੈਂਟ ਕੰਮ ਦਾ ਜਿਹੜਾ ਉਹਦੀ ਡਿਊਟੀ ਲੱਗੀ ਹੁੰਦੀ ਹੈ। ਚੌਥੀ ਜਿਹੜੀ ਚੀਜ਼ ਆ ਉਹ ਆ ਨਿਊਕਲੀਅਸ। ਨਿਊਕਲੀਅਸ ਜਾਂ ਆਪਾਂ ਜਿਹੜਾ ਬ੍ਰੇਨ ਆ, ਬ੍ਰੇਨ ਆਫ ਦਾ ਸੈੱਲ ਆ, ਇਹ ਸੈੱਲ ਕੇਂਦਰਕ ਵੀ ਕਹਿੰਦੇ ਆ। ਤਾਂ ਹੁਣ ਆਪਾਂ ਕੱਲੇ ਕੱਲੇ ਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਜੀ ਸੈੱਲ ਵਾਲ। ਤਾਂ ਸੈੱਲ ਵਾਲ ਦੀ ਜੇ ਗੱਲ ਕਰੀਏ, ਸੈੱਲ ਵਾਲ ਕੀ ਆ? ਤਾਂ ਸੈੱਲ ਵਾਲ ਕੀ ਆ ਜੀ? ਸਭ ਤੋਂ ਪਹਿਲੀ ਚੀਜ਼, ਸੈੱਲ ਵਾਲ ਹੁੰਦੀ ਆ ਨॉन ਲਿਵਿੰਗ ਰਿਜਿਡ। ਨॉन ਲਿਵਿੰਗ ਆ ਤੇ ਆਪਾਂ ਕਿਹਾ ਜੀ ਕੀ ਆ ਇਹ ਰਿਜਿਡ ਹੁੰਦੀ ਆ। ਤੀਜੀ ਚੀਜ਼ ਫਲੈਕਸੀਬਲ ਹੈ, ਸਖਤ ਪਰ ਫਿਰ ਵੀ ਫਲੈਕਸੀਬਲ। ਠੀਕ ਹੈ, ਤਾਂ ਚੌਥੀ ਜਿਹੜੀ ਚੀਜ਼ ਆ ਸੈੱਲ ਵਾਲ ਕੀ ਹੁੰਦੀ ਹੈ ਜੀ? परमिएबल। ठीक है, सेल वॉल नॉन लिविंग, दूसरी चीज रिजिड, ठीक है, सख्त होंदी है। थर्ड चीज फ्लैक्सीबल, लचकीलापन मौजूद होंदा। ते चौथी चीज है परमिएबल। परमिएबल नूं पंजाबी च कहंदे आ मुसामदार, मतलब जिहदे विच दी चीज़ां लंघ सकदियां, टप सकदियां, है ना, जिहदे विच दी जिहड़ियां एक्सचेंज ऑफ, ठीक है, थिंग्स ਜਿਹੜਾ पॉसिबल। ਕੰਮ ਕੀ ਆ ਸੈੱਲ ਵਾਲ ਦਾ? ਕੰਮ ਕੀ ਆ? ਇਹ ਸੈੱਲ ਨੂੰ ਜਿਹੜਾ ਉਹਦਾ ਸਟਰਕਚਰ, ਠੀਕ ਹੈ, ਜਿਹੜਾ ਉਹਦਾ ਢਾਂਚਾ, ਉਹ ਸਟਰਕਚਰ ਜਿਹੜਾ ਪ੍ਰੋਵਾਈਡ ਕਰਦਾ ਉਹ ਸੈੱਲ ਵਾਲ। ਜਿਹੜੀ ਸ਼ੇਪ ਆ ਉਹਦੀ, ਜਿਵੇਂ ਸੈੱਲ ਵਾਲ ਹੋ ਜਿਵੇਂ ਸੈੱਲ ਦੀ ਸ਼ੇਪ। ਸੈੱਲ ਵਾਲ ਇਸ ਤਰ੍ਹਾਂ ਹੋਗੀ, ਮੰਨ ਲਓ ਸੈੱਲ ਦੀ ਸ਼ੇਪ ਇਹ ਹੋਗੀ ਜੀ, ਸੈੱਲ ਵਾਲ ਇੰਜ ਹੋਗੀ ਤਾਂ ਸੈੱਲ ਦੀ ਸ਼ੇਪ ਇਸ ਤਰ੍ਹਾਂ ਹੋਗੀ। ਠੀਕ ਹੈ, ਫਿਰ ਚੀਜ਼ਾਂ ਦੇ ਆਉਣ ਜਾਣ ਦੇ ਵਿੱਚ, ਐਕਸਚੇਂਜ ਦੇ ਵਿੱਚ ਹੈਲਪ ਕਰਦਾ। ਸਭ ਤੋਂ ਇੰਪੋਰਟੈਂਟ ਚੀਜ਼ ਜਿਹਦੇ ਵਿੱਚ ਆਪਾਂ ਆਮ ਤੌਰ ਤੇ ਕਨਫਿਊਜ਼ ਹੁੰਦੇ ਆ, ਜਾਂ ਜਿਹੜਾ ਆਮ ਤੌਰ ਤੇ ਆਪਾਂ ਨੂੰ ਕੁਐਸਚਨ ਪੇਪਰਾਂ ਦੇ ਵਿੱਚ ਆਉਂਦਾ, ਤਾਂ ਵੀ ਕਿਹੜੇ ਉਹ ਜੀਵ ਆ ਕਿੰਨਾਂ ਦੇ ਵਿੱਚ ਸੈੱਲ ਵਾਲ ਪ੍ਰੈਜ਼ੈਂਟ ਆ, ਤੇ ਕਿਹੜੇ ਉਹ ਜੀਵ ਆ ਜਿਨ੍ਹਾਂ ਦੇ ਵਿੱਚ ਸੈੱਲ ਵਾਲ ਕੀ ਆ ਜੀ? ਐਬਸੈਂਟ। ਤਾਂ ਸੈੱਲ ਵਾਲ ਕਿੰਨਾਂ ਦੇ ਵਿੱਚ ਪ੍ਰੈਜ਼ੈਂਟ ਆ? ਤਾਂ ਪਲਾਂਟ ਸੈੱਲ, ਬੈਕਟੀਰੀਆ, ਐਲਗੀ ਤੇ ਫੰਜਾਈ। ਠੀਕ ਹੈ ਜੀ, ਇਹਨਾਂ ਚਾਰ ਦੇ ਵਿੱਚ ਰਾਜੇ ਸੈੱਲ ਵਾਲ ਕੀ ਆ? ਪ੍ਰੈਜ਼ੈਂਟ ਆ। ਪਲਾਂਟ ਸੈੱਲ, ਬੈਕਟੀਰੀਆ, ਐਲਗੀ ਤੇ ਫੰਜਾਈ। ਠੀਕ ਹੈ, ਆਮ ਤੌਰ ਤੇ ਆਪਾਂ ਇਸੇ ਚੀਜ਼ ਦੇ ਵਿੱਚ ਕਨਫਿਊਜ਼ ਹੁੰਦੇ ਆ ਵੀ ਕਿੰਨਾਂ ਦੇ ਵਿੱਚ ਤਾਂ ਸੈੱਲ ਵਾਲ ਹੁੰਦੀ ਨਹੀਂ, ਕਿੰਨਾਂ ਦੇ ਵਿੱਚ ਸੈੱਲ ਵਾਲ ਹੁੰਦੀ। ਨੈਕਸਟ ਚੀਜ਼ ਹੈ ਕਿੰਨਾਂ ਦੇ ਵਿੱਚ ਸੈੱਲ ਵਾਲ ਐਬਸੈਂਟ ਆ? ਐਬਸੈਂਟ ਕਿੰਨਾਂ ਦੇ ਵਿੱਚ? ਤਾਂ ਜੀ ਐਨੀਮਲ ਸੈੱਲ। ਠੀਕ ਹੈ, ਐਨੀਮਲ ਸੈੱਲ ਤੋਂ ਭਾਵ ਜਿਹੜਾ ਪੂਰਾ ਐਨੀਮਲ ਵਰਲਡ ਆ, ਪਸ਼ੂ ਜਗਤ, ਉਹ ਚ ਆਪਾਂ ਇਨਸਾਨ, ਜਾਨਵਰ ਸਾਰੇ ਆ ਜਾਂਦੇ ਆ। ਦੂਜਾ प्रोटोजोआ।
प्रोटोजोआ की है एक माइक्रोस्कोपिक ऑर्गेनिज्म सूक्ष्म जीव। तो इन्हां दोनों दे विच की आ जी जिहड़ा अपनी सैल वॉल हुंदी आ ओह एबसेंट। ठीक है। फिर एक इंपॉर्टेंट क्वेश्चन आपां नूं होर पीएस टैट या सी टैट इन्हां पेपरां दे विच बहुत वारी जिहड़ा आपां क्वेश्चन जिहड़ा आया होया भी जिहड़ी अपने कोले प्लांट सैल है ना, प्लांट सैल दी जिहड़ी सैल वॉल आ वो बनी काहदे तो हुंदी है? तो प्लांट सैल वॉल काहदे तो बनी हुई है जी? सैल इंपॉर्टेंट चीज। ठीक है। प्लांट सैल दी जिहड़ी सैल वॉल हुंदी आ दैट इज मेड अप ऑफ सैल। ठीक। चलो जी उस तो बाद बढ़ते हैं आप अगला जिहड़ा हैगा सैकेंड अपना पार्ट सैल मैम्ब्रेन और प्लाज्मा में। ठीक है। सैकेंड पार्ट अपना हुण आपां किहा सी भी सैल वॉल की है नॉन लिविंग, पर सैल मैम्ब्रेन इट इज लिविंग। ठीक है। थिन भी है, पतली होंगी है। इंपॉर्टेंट चीज सब तो एक ही है जी सैमी परमीएबल, मतलब सिलेक्टिव परमीएबल, पंजाबी च कहते हैं अर्ध मसानदार। ਇਹਦੇ ਵਿੱਚ ਦੀ ਹੁਣ हर एक चीज पास नहीं कर सकती, हर एक चीज का एक्सचेंज ਇਹਦੇ ਵਿੱਚ ਦੀ नहीं होगा। सिर्फ ਇਹਦੇ ਵਿੱਚ ਕੀ ਹੋਊਗਾ ਜੀ सिलेक्टिव चीज़ों का जिहड़ा होगा वो एक्सचेंज होगा। सैल नूं लगू ही आ चीज़ मेरे वास्ते फायदेमंद हो सकता उन्होंने लॉक कर दो, जिहड़ी चीज़ लगता भी मेरे वास्ते नुकसानदायक है तो ये उसनूं बाहर है जी वो रोक। ठीक है। तो फिर इंपॉर्टेंट चीज़ काम की है, तो पहला काम तो यही है भी ये सैल नूं की प्रोवाइड करूगी शेप। ठीक है। सैल नूं ये शेप आ जिहड़ी वो प्रदान करती है। दूजी चीज़ ही तो ये हेल्प करती है चीज़ों के आपां क्या भी जिहड़ा एक्सचेंज होंदा है ना, जिहड़ा चीज़ों का आदान प्रदान होंदा ਉਹਦੇ ਵਿੱਚ ਇਹ ਕੀ ਕਰੂਗੀ हेल्प करती है। ठीक है। फिर उस तो बाद थर्ड इंपॉर्टेंट चीज़ आपां क्या भी ये थिन ना ਇਹਦੇ ਵਿੱਚ ਦੀ चीज़ां पास हो जांदियां। इट मीनस राजे ये फूड दे एक्सचेंज दे विच भी की करती है हेल्प करती। ठीक है। वर्ड यूज करते हैं आप इहदे लई एंडोसाइटोसिस। एंडोसाइटोसिस शब्द का मीनिंग की हुंदा इहनूं कहंदे अंतरग्रहण। ठीक है। इनगल्फिंग ऑफ फूड, तां भोजन दे ठीक है ग्रहण करन दे विच भोजन का अंदर जाना इस चीज़ के शब्द यूज करते होंगे एंडोसाइटोसिस। तो ये हेल्प करता इनगल्फिंग ऑफ द फूड। ठीक है। फिर अगली चीज भी जिहड़ी अपनी सैल मैम्ब्रेन ठीक है ये बनी काहदे तो होंदी है। ठीक है। तो काहदे तो बनी होंदी है? सो इट इज मेड अप ऑफ लिपोप्रोटीन, फैट्स या आप कह देंगे हैं प्रोटीन। ठीक है। लिपोप्रोटीन्स या फिर आप कह देंगे हैं फैट्स ते या फिर आप शब्द यूज करते हैं ठीक है भी प्रोटीन्स जी अपनी सैल मैम्ब्रेन वो बनी। ठीक है। हुण किन्ना किन्ना दे विच जिहड़ी सैल मैम्ब्रेन आ वो प्रेजेंट, तो राजे चाहे प्लांट सैल चाहे एनीमल सैल ठीक है सारियां दे विच जिहड़ी अपनी सैल मैम्ब्रेन आ वो की है जी प्रेजेंट होती है। ठीक है। जिहड़े आपां पहलां चार पढ़े सी वो भी इंक्लूडेड आ ते नाल इहदे विच ऐड हो गए एनीमल सैल ते प्रोटोजोआ। ठीक है। इट मीन्स प्लांट सेल, फंजाई, एल्गी, बैक्टीरिया।
इन्हां विच सारिਆਂ विच की आ गईयां दो लेयर्स आ गई, दोनों आ गई राजे, सैल वॉल भी आ गई, सैल मैंबरेन भी आ गई। ते सैल मैंबरेन किहदे च एनिमल सैल ते प्रोटोजोआ, ठीक है जी। इन्हां सारिਆਂ ਦੇ ਵਿੱਚ ਕੀ ਆਪਣੇ ਕੋਲੇ ਜਿਹੜੀ ਸੈਲ ਮੈਂਬਰੇਨ ਹੁੰਦੀ ਆ ਉਹ ਪ੍ਰੈਜ਼ੈਂਟ ਹੁੰਦੀ ਆ। ਸਿਰਫ ਇੱਕ ਐਕਸੈਪਸ਼ਨ ਕਾਹਦੇ ਵਿੱਚ, ਕਿਹੜੀ ਸਪੀਸ਼ੀਜ਼ ਦੇ ਵਿੱਚ ਸੈਲ ਮੈਂਬਰੇਨ ਨਹੀਂ ਹੁੰਦੀ, ਤਾਂ ਜੇ ਵਾਇਰਸ ਦੇ ਵਿੱਚ ਸੈਲ ਮੈਂਬਰੇਨ ਕੀ ਆ ਜੀ ਐਬਸੈਂਟ, ਠੀਕ ਹੈ, ਵਾਇਰਸ ਦੇ ਵਿੱਚ ਸੈਲ ਮੈਂਬਰੇਨ ਐਬਸੈਂਟ। ਇੱਕ ਚੀਜ਼ ਹੋਰ ਆਪਾਂ ਪਹਿਲੇ ਲੈਕਚਰ ਦੇ ਵਿੱਚ ਪੜ੍ਹੀ ਸੀ ਨਾ ਸੈਲ ਥਿਊਰੀ, ਤਾਂ ਇਹ ਵੀ ਚੀਜ਼ ਯਾਰ ਧਿਆਨ 'ਚ ਰੱਖਿਓ ਤੁਸੀਂ, ਵਾਇਰਸ ਕਦੇ ਵੀ ਸੈਲ ਥਿਊਰੀ ਨੂੰ ਫੋਲੋ ਨਹੀਂ ਕਰਦਾ, ਠੀਕ ਹੈ, ਵਾਇਰਸ ਐਕਸੈਪਸ਼ਨਲ ਕੇਸ ਆ, ਤਾਂ ਵਾਇਰਸ ਕਦੇ ਵੀ ਸੈਲ ਥਿਊਰੀ ਨੂੰ ਫੋਲੋ ਨਹੀਂ ਕਰਦਾ। ਇਸੇ ਕਰਕੇ ਆਪਾਂ ਕਹਿੰਦੇ ਵੀ ਵਾਇਰਸ ਦੀ ਸਟੱਡੀ ਜ਼ਿਆਦਾਤਰ ਔਖੀ ਆ, ਠੀਕ ਹੈ। ਤਾਂ ਵਾਇਰਸ ਜਿਹੜੇ ਹੈਗੇ ਆ ਦੇ ਡੂ ਨਾਟ ਫੋਲੋਜ਼ ਦਾ ਸੈਲ ਥਿਊਰੀ, ਠੀਕ ਹੈ। ਤਾਂ ਸੈਲ ਵਾਲ ਸੈਲ ਮੈਂਬਰੇਨ ਦੋਨੇ ਪ੍ਰੈਜ਼ੈਂਟ ਹੁੰਦੀਆਂ ਪਲਾਂਟ ਸੈਲ, ਫੰਜਾਈ, ਐਲਗੀ ਤੇ ਬੈਕਟੀਰੀਆ। ਐਨੀਮਲ ਸੈਲ ਤੇ ਪ੍ਰੋਟੋਜ਼ੋਆ ਉਹਨਾਂ 'ਚ ਇਕੱਲੀ ਸੈਲ ਮੈਂਬਰੇਨ, ਵਾਇਰਸ ਦੇ ਵਿੱਚ ਆਪਾਂ ਕਿਹਾ ਜੀ ਐਬਸੈਂਟ ਹੁੰਦੇ ਆਪਣਾ ਸੈਲ। ਹੁਣ ਇਸ ਤੋਂ ਬਾਅਦ ਨੈਕਸਟ ਜੇ ਆਪਾਂ ਗੱਲ ਕਰੀਏ ਤਾਂ ਅਗਲੀ ਆਪਾਂ ਗੱਲ ਕਰਦੇ ਹਾਂ ਜੀ ਨਿਊਕਲੀਅਸ ਦੇ ਬਾਰੇ, ਠੀਕ ਹੈ। ਸਾਈਟੋਪਲਾਜ਼ਮ ਦੇ ਬਾਰੇ ਆਪਾਂ ਲਾਸਟ ਤੇ ਗੱਲ ਕਰਾਂਗੇ, ਬਿਕੋਜ਼ ਸਾਈਟੋਪਲਾਜ਼ਮ ਦੇ ਵਿੱਚ ਫਿਰ ਆਪਾਂ ਸੈੱਲ ਆਰਗੇਨਿਲਸ ਪੜਾਂਗੇ ਸਾਰੀਆਂ, ਠੀਕ ਹੈ। ਤਾਂ ਫਿਰ ਆਪਾਂ ਇਕੱਲੀ ਆਰਗੇਨਲ ਨੂੰ ਆਪਾਂ ਡਿਟੇਲ 'ਚ ਪੜਾਂਗੇ। ਤਾਂ ਪਹਿਲਾਂ ਆਪਾਂ ਫਿਰ ਗੱਲ ਕਰਦੇ ਹਾਂ ਨਿਊਕਲੀਅਸ ਦੇ ਬਾਰੇ। ਤਾਂ ਆਪਾਂ ਕਿਹਾ ਵੀ ਜਿਹੜਾ ਨਿਊਕਲੀਅਸ ਹੁੰਦਾ ब्रेन ऑफ द सेल, ठीक, पूरा न्यूक्लियस अपना भाई इट इज द ब्रेन ऑफ द सेल, सेल दे सेंटर दे मौजूद। न्यूक्लियस दी डिस्कवरी किने कीती सी? तो डिस्कवरी ऑफ न्यूक्लियस वाज डन बाय रॉबर्ट ब्राउन। रॉबर्ट हुक पढ़िया सी जिन्हें ਡੈਡ ਸੈੱਲ ਦੀ ਡਿਸਕਵਰੀ ਕੀਤੀ ਸੀ, ਬਟ ਇਹ ਕੌਣ ਆ ਜੀ, ਇਹ ਆ ਰੌਬਰਟ ਬਰਾਊਨ। ਰੌਬਰਟ ਬਰਾਊਨ ਨੇ ਨਿਊਕਲੀਅਸ ਦੀ ਜਿਹੜੀ ਡਿਸਕਵਰੀ ਕੀਤੀ ਸੀ, ਠੀਕ ਹੈ। ਕਦੋਂ ਕੀਤੀ ਸੀ? 1831 ਦੇ ਵਿੱਚ ਰੌਬਰਟ ਬਰਾਊਨ ਨੇ ਡਿਸਕਵਰੀ ਕੀਤੀ ਸੀ ਨਿਊਕਲੀਅਸ, ਠੀਕ ਹੈ। ਫਿਰ ਉਸ ਤੋਂ ਬਾਅਦ ਜਿਵੇਂ ਰਾਜੇ ਆਪਾਂ ਸੈੱਲ ਦੇ ਪਾਰਟ ਕੀਤੇ ਸੀ ਅਲੱਗ-ਅਲੱਗ, ਉਸੇ ਤਰ੍ਹਾਂ ਕੀ ਹੁੰਦੇ ਆ ਆਪਣੇ ਕੋਲੇ ਨਿਊਕਲੀਅਸ ਦੇ ਵੀ ਪਾਰਟਸ। ਜਿਵੇਂ ਆਪਾਂ ਸੈੱਲ ਦੀ ਬਾਹਰਲੀ ਪਰਤ ਨੂੰ, ਠੀਕ ਹੈ, ਸੈੱਲ ਵਾਲ ਜਾਂ ਸੈੱਲ ਮੈਂਬਰੇਨ ਕਿਹਾ, ਸੇਮ ਰਾਜੇ ਨਿਊਕਲੀਅਸ ਦੀ ਜਿਹੜੀ ਆਊਟਰ ਲੇਅਰ, ਨਿਊਕਲੀਅਸ ਦੀ ਜਿਹੜੀ ਬਾਹਰਲੀ ਕਵਰਿੰਗ ਆ ਉਹਨੂੰ ਆਪਾਂ ਕਹਿੰਦੇ ਆ ਨਿਊਕਲੀਅਰ, ਠੀਕ ਹੈ। ਨਿਊਕਲੀਅਸ ਦੀ ਬਾਹਰਲੀ ਲੇਅਰ ਨੂੰ ਆਪਾਂ ਨਾਮ ਦਿੰਦੇ ਆ ਜੀ ਨਿਊਕਲੀਅਰ ਮੈਂਬਰੇਨ। ਜਿਵੇਂ ਨਿਊਕਲੀਅਰ ਮੈਂਬਰੇਨ, ਠੀਕ ਹੈ, ਨਿਊਕਲੀਅਰ ਮੈਂਬਰੇਨ ਤੇ ਜਿਹੜੀ ਸੈੱਲ ਮੈਂਬਰੇਨ ਸੀ ਉਹਦੇ ਵਿਚਾਲੇ ਜਿਹੜਾ ਸਾਰਾ ਸਪੇਸ ਆ ਉਹਨੂੰ ਆਪਾਂ ਕਿਹਾ ਸੀ ਸਾਈਟੋਪਲਾਜ਼ਮ। ਸੇਮ ਰਾਜੇ ਹੁਣ ਨਿਊਕਲੀਅਰ ਮੈਂਬਰੇਨ ਦੇ ਅੰਦਰਲੇ ਪਾਸੇ ਜਿਹੜੀ ਜਗ੍ਹਾ ਹੁੰਦੀ ਆ, ਜਿਹੜਾ ਇੱਕ ਲਿਕੁਇਡ ਆ ਉੱਥੇ, ਉਹਨੂੰ ਆਪਾਂ ਕਹਿੰਦੇ ਆ ਨਿਊਕਲੀਓਪਲਾਜ਼ਮ। ਸੈੱਲ ਦੇ ਵਿੱਚ ਸੀਗਾ ਨਾ ਸਾਈਟੋਪਲਾਜ਼ਮ, ਠੀਕ ਹੈ। ਹੁਣ ਨਿਊਕਲੀਅਸ ਅੰਦਰਲੇ ਪਾਸੇ ਦੈਟ ਇਜ਼ ਆਪਣੇ ਕੋਲ ਕੀ ਮੌਜੂਦ ਆ, ਨਿਊਕਲੀਓਪਲਾਜ਼ਮ। ਤੇ ਹੁਣ ਨਿਊਕਲੀਓਪਲਾਜ਼ਮ ਦੇ ਅੰਦਰ ਵੀ ਆਪਣੇ ਕੋਲੇ ਰਾਜੀ ਕੀ ਮੌਜੂਦ ਹੁੰਦਾ, ਠੀਕ ਹੈ, ਨਿਊਕਲੀਓਲਸ। ਜਿਵੇਂ ਸੈੱਲ ਦੇ ਸੈਂਟਰ ਦੇ ਵਿੱਚ ਨਿਊਕਲੀਅਸ ਆ, ਉਵੇਂ ਇਹਦੇ ਵਿੱਚ ਕੀ ਆ, ਨਿਊਕਲੀਓਲਸ, ਠੀਕ ਹੈ। ਤਾਂ ਸੈਂਟਰ ਆਫ ਦਾ ਸੈੱਲ ਕੀ ਸੀ, ਨਿਊਕਲੀਅਸ, ਤੇ ਨਿਊਕਲੀਅਸ ਦੇ ਸੈਂਟਰ ਦੇ ਵਿੱਚ ਕੀ ਆ ਰਾਜੇ, ਨਿਊਕਲੀਓਲਸ, ਠੀਕ ਹੈ। ਤਾਂ ਨਿਊਕਲੀਓਲਸ ਦਾ ਜਿਹੜਾ ਫੰਕਸ਼ਨ ਹੁੰਦਾ, ਠੀਕ ਹੈ, ਤਾਂ ਇਹ ਕੀ ਕਰਦਾ, ਇਹ ਆਰਐਨਏ ਨੂੰ ਸਿੰਥੇਸਿਸ ਕਰਦਾ, ਠੀਕ ਹੈ। ਨਿਊਕਲੀਓਲਸ ਦਾ ਜਿਹੜਾ ਫੰਕਸ਼ਨ ਆ that is the synthesis of R, ठीक है। ते
ਇਹ ਕੀ ਕਰਦਾ, ਜੈਨੇਟਿਕ ਇਨਫੋਰਮੇਸ਼ਨ ਆਪਾਂ ਕਹਿੰਦੇ ਨਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਮੈਸੇਜ ਆਉਂਦਾ, ਆ ਬੰਦੇ ਦੇ ਕਰੈਕਟਰਸ ਆਪਦੇ ਫਾਦਰ ਵਰਗੇ ਆਪਦੀ ਮਦਰ ਵਰਗੇ, ਉਹ ਜੈਨੇਟਿਕ ਇਨਫੋਰਮੇਸ਼ਨ ਹੈ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ, ਠੀਕ ਹੈ। ਤਾਂ ਉਹ ਜਿਹੜਾ ਕੰਮ ਆ ਸਾਰਾ ਉਹ ਇੱਥੇ ਹੁੰਦਾ। ਤਾਂ ਨਿਊਕਲੀਓਲਸ ਕੀ ਕਰਦਾ, ਇੱਕ ਤਾਂ RNA ਸਿੰਥੇਸਿਸ ਕਰਦਾ, ਤੇ ਦੂਜਾ ਜੀ ਇਹ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਆ ਉਹ ਪੀੜ੍ਹੀ ਦੀ ਉਹਨੂੰ ਸਟੋਰ ਕਰਦਾ ਕਾਹਦੇ ਵਿੱਚ, DNA, ਠੀਕ ਹੈ। ਚੌਥੀ ਵਾਲੀ ਚੀਜ਼ ਜਿਹੜੀ ਪ੍ਰੈਜ਼ੈਂਟ ਆ ਨਿਊਕਲੀਅਸ ਦੇ ਵਿੱਚ ਉਹ ਹੁੰਦੇ ਆ ਕ੍ਰੋਮੋਸੋਮਸ, ਠੀਕ ਹੈ। ਫੋਰਥ ਜਿਹੜੀ ਚੀਜ਼ ਪ੍ਰੈਜ਼ੈਂਟ ਹੁੰਦੀ ਆ ਜੀ ਉਹ ਇਹਦੇ ਵਿੱਚ ਕੀ ਮੌਜੂਦ ਆ ਰਾਜੇ, ਕ੍ਰੋਮੋਸੋਮ, ਹੈਰੀਡੀਟਰੀ ਵੈਕਟਰਸ, ਠੀਕ ਹੈ। ਤਾਂ ਕ੍ਰੋਮੋਸੋਮਸ ਆਪਾਂ ਕਹਿੰਦੇ ਆ ਇਨਫੋਰਮੇਸ਼ਨ ਲੈ ਕੇ ਜਾਂਦੇ ਆ, ਠੀਕ ਹੈ। ਹੈਰੀਡੀਟਰੀ ਵੈਕਟਰਸ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਿਹੜੇ ਹੈਗੇ ਆ ਇਨਫੋਰਮੇਸ਼ਨ ਜਿਹੜੇ ਲੈ ਕੇ ਜਾਂਦੇ ਆ, ਬੰਦੇ ਆ ਦਾ ਕ੍ਰੋਮੋਸੋਮ, ਠੀਕ ਹੈ। ਤਾਂ ਨਿਊਕਲੀਅਸ ਵਿੱਚ ਆਪਾਂ ਚਾਰ ਚੀਜ਼ਾਂ ਪੜ੍ਹੀਆਂ, ਨਿਊਕਲੀਅਰ ਮੈਂਬਰੇਨ, ਨਿਊਕਲੀਅਰ ਪਲਾਜ਼ਮ, ਨਿਊਕਲੀਓਲਸ ਤੇ ਕ੍ਰੋਮੋਸੋਮ। ਡਿਸਕਵਰੀ ਕੀਤੀ ਸੀਗੀ ਜੀ ਰੌਬਰਟ ਬਰਾਊਨ, ਠੀਕ ਹੈ। ਨਿਊਕਲੀਅਰ ਮੈਂਬਰੇਨ ਇਹ ਕਾਹਦੇ ਤੋਂ ਬਣੀ ਹੁੰਦੀ ਹੈ, ਠੀਕ ਹੈ। ਤਾਂ ਨਿਊਕਲੀਅਰ ਮੈਂਬਰੇਨ ਇਜ਼ ਕੰਪੋਜ਼ਡ ਆਫ, ਕਾਹਦੇ ਤੋਂ ਬਣੀ ਹੋਈ ਹੈ ਜੀ, ਤਾਂ ਇਟ ਇਜ਼ ਮੇਡ ਅਪ ਆਫ ਪ੍ਰੋਟੀਨਸ ਐਂਡ ਫੈਟਸ, ਠੀਕ ਹੈ। ਨਿਊਕਲੀਅਰ ਮੈਂਬਰੇਨ ਬਣੀ ਹੁੰਦੀ ਹੈ ਜੀ ਪ੍ਰੋਟੀਨਸ ਐਂਡ ਫੈਟਸ, ਠੀਕ ਹੈ। ਨਿਊਕਲੀਅਸ ਦੀ ਜਿਹੜੀ ਬਾਹਰਲੀ ਲੇਅਰ ਆ ਇਟ ਇਜ਼ ਮੇਡ ਅਪ ਆਫ ਪ੍ਰੋਟੀਨਸ ਐਂਡ ਫੈਟਸ। ਫਿਰ ਜਿਹੜੀ ਆਪਣੇ ਕੋਲ ਹੈ ਜੀ ਨਿਊਕਲੀਓਪਲਾਜ਼ਮ, ਜਿਹੜਾ ਵਿੱਚੋਂ ਲਿਕੁਇਡ ਜਿਹੜਾ ਭਰਿਆ ਗਿਆ, ਇਹਨੂੰ ਆਪਾਂ ਪੰਜਾਬੀ ਚ ਦਰਵ ਕਹਿ ਦਿੰਦੇ ਹਾਂ, ਠੀਕ ਹੈ। ਇਹਨੂੰ ਕੈਰੀਓਪਲਾਜ਼ਮ ਵੀ ਕਹਿੰਦੇ, ਠੀਕ ਹੈ। ਇਟ ਇਜ਼ ਆਲਸੋ ਨੋਨ ਐਜ਼ ਕੈਰੀਓਪਲਾਜ਼ਮ, ਤੇ ਨਿਊਕਲੀਅਰ ਸੈਪ ਵੀ ਕਹਿ ਦਿੰਦੇ। ਨਿਊਕਲੀਓਪਲਾਜ਼ਮ ਨੂੰ ਕੈਰੀਓਪਲਾਜ਼ਮ और ठीक है न्यूक्लियर सैप ये भी बोल देता हूं, ठीक है। तो ये काहदे तो बनया है, ये बनया हुंदा अपने कोले न्यूक्लिक एसिड दा, फास्फोरस दा ते प्रोटीन्स दा, ठीक है। जेड़ा न्यूक्लियोप्लाज्मा जेड़ा लिक्विड आ तां दैट इज मेड अप ऑफ न्यूक्लिक एसिड एंड प्रोटीन्स, ठीक है जी। तो ਇਹਦੇ ਵਿੱਚ ਕੀ ਪ੍ਰੈਜ਼ੈਂਟ ਆਪਣੇ ਕੋਲ ਨਿਊਕਲੀਓਪਲਾਜ਼ਮ ਦੇ ਅੰਦਰ ਕੀ ਫਿਰਦੇ ਆ, ਕ੍ਰੋਮੋਸੋਮਸ ਤੇ ਨਾਲ ਕੀ ਆ ਜਿਹੜਾ ਨਿਊਕਲੀਓਲਸ, ਠੀਕ ਹੈ। ਇਹ ਸੀਗਾ ਆਪਣਾ ਨਿਊਕਲੀਅਸ ਦਾ ਜਿਹੜਾ ਸਾਰਾ ਉਹਦਾ ਅੰਦਰ ਕੀ ਕੁਝ ਪ੍ਰੈਜ਼ੈਂਟ ਆ, ਠੀਕ ਹੈ, ਕਾਦੇ ਬਣੇ ਹੋਏ। ਨੈਕਸਟ ਫਿਰ ਆਪਣੇ ਕੋਲੇ ਰਾਜੀ ਇਸ ਤੋਂ ਬਾਅਦ ਜਿਹੜੇ ਅਗਲੀ ਚੌਥੀ ਚੀਜ਼ ਜਿਹੜੀ ਸੈੱਲ ਦੀ ਰਹੇਗੀ ਉਹ ਆਪਣੇ ਕੋਲੇ ਰਹਿ ਗਿਆ ਜੀ ਜਿਹੜਾ ਸਾਈਟੋ। ਸਟੂਡੈਂਟਸ ਇਸ ਟੌਪਿਕ ਨੂੰ ਪੂਰਾ ਸੁਣਨ ਦੇ ਲਈ ਤੁਸੀਂ ਸਾਡੇ YouTube ਚੈਨਲ ਗੁਰਕੀਰਤ ਧਾਲੀਵਾਲ ਨੂੰ ਸਬਸਕ੍ਰਾਈਬ ਕਰੋ ਤੇ ਆਉਣ ਵਾਲੀਆਂ ਹੋਰ ਲੈਸਨਸ ਦੇ ਵੀਡੀਓ ਲਈ ਤੁਸੀਂ ਬੈਲ ਦੇ ਆਈਕਨ ਨੂੰ ਪ੍ਰੈਸ ਕਰੋ। ਥੈਂਕ ਯੂ।